ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਕਹਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਡੰਡਾਉਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਭਾਵਨਾ ਦੇ ਨਾਲ ਆਪ ਸਮੂਹ ਸੰਗਤ ਪਿਛਲੇ ਦਿਨਾਂ ਤੋਂ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਹੋ। ਪੂਰੇ ਸਿੱਖ ਵਰਗ ਦੇ ਵਿੱਚ ਜਿੱਥੇ ਵੀ ਇੱਕ ਸਿੱਖ ਆਪਣਾ ਵਾਸ ਕਰਦਾ ਹੈ, ਉਹ ਗੁਰੂ ਦੀ ਬਾਣੀ ਨੂੰ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਰੂਪ ਵਿੱਚ, ਜਿੱਥੇ ਆਪ ਹੀ ਨਹੀਂ ਬਾਣੀ ਸੁਣਦਾ ਤੇ ਪੜ੍ਹਦਾ, ਉਹ ਦੂਸਰਿਆਂ ਦੇ ਕੰਨਾਂ ਰਾਹੀਂ ਉਹਦੇ ਹਿਰਦੇ ਤੱਕ ਪਹੁੰਚਾਉਣਾ ਚਾਹੁੰਦਾ ਹੈ। ਅਸੀਂ ਆਪ ਅਤੇ ਸਮਾਜ ਨੂੰ ਇਹ ਦੱਸਣ ਦੀ ਕੋਸ਼ਿਸ਼ ਵਿੱਚ, ਇੱਕ ਉਮੀਦ ਵਿੱਚ ਕਿ ਪਰਮਾਤਮਾ ਨੇ ਇਸ ਲੋਕਾਈ ਦੀ ਪੁਕਾਰ ਸੁਣ ਕੇ ਸਤਿਗੁਰੂ ਜੀ ਨੂੰ ਸੰਸਾਰ ਵਿੱਚ ਪ੍ਰਗਟਾਇਆ, ਭੇਜਿਆ। ਉਹਨਾਂ ਨੇ ਇਸ ਦੁਨੀਆ ਨੂੰ ਰੁਸ਼ਨਾਇਆ, ਸਾਡੇ ਹਿਰਦਿਆਂ ਨੂੰ ਪਵਿੱਤਰ ਕੀਤਾ। ਅਸੀਂ ਉਸ ਮਹਾਨ ਸ਼ਖਸੀਅਤ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ, ਸਾਡੇ ਪਹਿਲੇ ਸਤਿਗੁਰੂ, ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਹਾਂ। ਸਭ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਦਾਸ ਵੱਲੋਂ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਜੀ। ਬੱਚੇ ਬਹੁਤ ਹੀ ਸੁੰਦਰ ਸਾਨੂੰ ਗੁਰੂ ਦੇ ਨਾਲ, ਗੁਰੂ ਦੇ ਕੀਰਤਨ ਦੇ ਨਾਲ, ਗੁਰੂ ਦੀਆਂ ਸਾਖੀਆਂ ਦੇ ਨਾਲ, ਕਵਿਤਾ ਰਾਹੀਂ ਸਤਿਗੁਰ ਨਾਲ ਜੋੜ ਰਹੇ ਸਨ। ਮਨ ਵਿੱਚ ਇੱਕ ਬੜਾ ਸੁੰਦਰ ਵਿਚਾਰ ਬੈਠਿਆ ਆਇਆ। ਕਹਿੰਦੇ ਨੇ ਬੱਚੇ ਫੁੱਲਾਂ ਦੀ ਨਿਆਈ ਹੁੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਵੀ ਆ ਫੁੱਲ ਡੈਕੋਰੇਟ ਸਾਡੇ ਕੀਤੇ ਹੋਏ ਨੇ, ਸਾਡੇ ਜੀਵਨ ਨੂੰ, ਸਾਡੇ ਆਸ-ਪਾਸ ਦੇ ਵਾਤਾਵਰਨ ਨੂੰ ਰੁਸ਼ਨਾ ਦਿੰਦੇ ਨੇ। ਪਰ
ਇਹ ਰੁਸ਼ਨਾਉਂਦੇ ਤਾਂ ਨੇ ਜੇਕਰ ਇਹਨਾਂ ਦੀ ਸੰਭਾਲ ਮਾਲੀ ਨੇ ਬੜੇ ਸੁਚੱਜੇ ਢੰਗ ਨਾਲ ਕੀਤੀ ਹੋਵੇ। ਬੱਚੇ ਵੀ ਇਸੇ ਤਰ੍ਹਾਂ ਹਨ। ਅਸੀਂ ਉਹਨਾਂ ਨੂੰ ਗੁਰਬਾਣੀ ਦਾ ਪਾਣੀ, ਕੀਰਤਨ ਦੀ ਹਵਾ, ਇਤਿਹਾਸ ਦੇ ਵਾਤਾਵਰਣ ਵਿੱਚ ਜਿੱਥੇ ਪਾਲੀਏ, ਇੱਕ ਦਿਨ ਸਮਾਂ ਆਏਗਾ ਇਹ ਬੱਚੇ ਸਾਡੇ ਜੀਵਨ ਨੂੰ ਜ਼ਰੂਰ ਰਸਨਾਉਣਗੇ। ਅਗਲੀ ਬੇਨਤੀ, ਅੱਜ ਦੀ ਵਿਚਾਰ ਜਿਵੇਂ ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੀ ਆਸੀਸ ਚਾਹੁੰਦਾ ਹੋਇਆ ਅੱਜ ਦੀ ਵਿਚਾਰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਕਰਨੀ ਹੈ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੀਵਨ ਬਹੁਤ ਅਗਮ ਹੈ, ਅਗੋਚਰ ਹੈ, ਪਰ ਫਿਰ ਵੀ ਜਿਵੇਂ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਤਿਗੁਰ ਦੀਆਂ ਬਾਤਾਂ ਰਹਿੰਦੇ ਸਮੇਂ ਵਿੱਚ ਕਰਨੀਆਂ ਹਨ। ਆਪ ਜੀ ਦੀ ਆਸੀਸ ਚਾਹੁੰਦਾ ਹਾਂ। ਗੁਰੂ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਸਾਡੇ ਕੰਨਾਂ ਵਿੱਚ ਇੱਕ ਸ਼ਬਦ ਦੀ ਆਵਾਜ਼ ਪੈਂਦੀ ਹੈ। ਉਹ ਸ਼ਬਦ ਦੇ ਬੋਲਣੇ ਭਾਈ ਗੁਰਦਾਸ ਜੀ ਦੇ, ਸਤਿਗੁਰ ਨਾਨਕ ਪ੍ਰਗਟਿਆ। ਆਪ ਜੇਕਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਰੀ ਸੰਗਤ ਨੇ ਰਲ ਮਿਲ ਕੇ ਆਪਾਂ ਵਿਚਾਰਾਂ ਕਰਨੀਆਂ ਹਨ। ਮੈਂ ਇਕੱਲਾ ਵਿਦਵਾਨ ਨਹੀਂ ਹਾਂ, ਆਪਾਂ ਸਾਰਿਆਂ ਨੇ ਮਿਲ ਕੇ ਸਤਿਗੁਰ ਦੀਆਂ ਬਾਤਾਂ ਕਰਨੀਆਂ ਹਨ। ਉਮੀਦ ਹੈ ਆਪ ਜ਼ਰੂਰ ਸਾਥ ਦਿਓਗੇ। ਸਤਿਗੁਰ ਨਾਨਕ ਪ੍ਰਗਟਿਆ। ਅਗਲੇ ਸ਼ਬਦ ਨੇ ਮਿੱਟੀ ਧੁੰਦ ਜਗ ਚਾਨਣ ਹੋਆ। ਸਭ ਤੋਂ ਪਹਿਲਾਂ ਸਤਿਗੁਰ ਨਾਨਕ ਪ੍ਰਗਟਿਆ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਸਵੇਰ ਵੇਲੇ ਵੀ ਤੇ ਸ਼ਾਮ ਵੇਲੇ ਵੀ ਇੱਕ ਸ਼ਬਦ ਪੜ੍ਹਦੇ ਹਾਂ। ਪਤਾ ਕੀ? ਪ੍ਰਗਟ ਗੁਰਾਂ ਕੀ ਦੇਹ। ਬੜੀ ਹੈਰਾਨੀ ਦੀ ਗੱਲ ਹੈ, ਭਾਈ ਗੁਰਦਾਸ ਨੇ ਜਦੋਂ ਆਪਣੀ ਵਾਰ, ਆਪਣੀ ਕਲਮ ਚੱਕੀ, ਉਹਨਾਂ ਨੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਜਨਮਿਆ ਸ਼ਬਦ ਨਹੀਂ ਵਰਤਿਆ। ਉਹ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ। ਬੜੇ ਕੀਮਤੀ ਸ਼ਬਦ ਨੇ, ਇੱਕ ਇੱਕ ਸ਼ਬਦ। ਸਤਿਗੁਰ ਨਾਨਕ ਪ੍ਰਗਟਿਆ। ਹੁਣ ਪ੍ਰਗਟਿਆ ਦਾ ਅਰਥ ਕੀ ਹੈ? ਆਪਾਂ ਇੰਝ ਕਹਿ ਲਈਏ, ਆਪਾਂ ਕਈ ਵਾਰ ਕਿਸੇ ਸ਼ਬਦ ਬੰਦੇ ਨੂੰ ਮਿਲਦੇ ਹਾਂ ਕਈ ਦਿਨਾਂ ਬਾਅਦ, ਉਹਨੂੰ ਕਹਿੰਦੇ ਵੀ ਕੀ ਗੱਲ ਬੜੇ ਦਿਨਾਂ ਬਾਅਦ ਪ੍ਰਗਟ ਹੋਇਆ, ਕਿਤੇ ਗਿਆ ਸੀ। ਇਹਦਾ ਮਤਲਬ ਉਹ ਧਰਤੀ ਤੇ ਹੈ, ਉਹ ਕਿਤੇ ਗਿਆ ਨਹੀਂ ਹੈ, ਉਹ ਧਰਤੀ ਤੇ ਸੀ। ਪ੍ਰਗਟ ਹੋਣ ਭਾਵ ਸਾਡੇ ਸਾਹਮਣੇ ਆ ਗਿਆ। ਤੇ ਜਦੋਂ ਭਾਈ ਗੁਰਦਾਸ ਜੀ ਅਗਲੀ ਵਾਰ ਨੂੰ ਪੌੜੀ ਨੂੰ ਵਾਚਦੇ ਹਾਂ, ਉਹ ਕਹਿੰਦੇ ਨੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਹਦਾ ਭਾਵ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਪਰਮਾਤਮਾ ਦਾ ਰੂਪ ਹਨ ਤੇ ਉਹ ਸੰਸਾਰ ਵਿੱਚ ਪ੍ਰਗਟਾਏ ਗਏ। ਸਤਿਗੁਰ ਨਾਨਕ ਪ੍ਰਗਟਿਆ। ਅਗਲੇ ਸ਼ਬਦ ਨੇ ਮਿੱਟੀ ਧੁੰਦ ਜਗ ਚਾਨਣ ਹੋਆ। ਇਸ ਸੰਸਾਰ ਦੇ ਵਿੱਚ ਹੈਰਾਨੀ ਦੀ ਗੱਲ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਸੰਸਾਰ ਵਿੱਚ ਚਾਨਣ ਹੋ ਗਿਆ। ਕੀ ਗੱਲ? ਸੂਰਜ ਨਹੀਂ ਨਿਕਲਦਾ ਸੀ, ਚੰਦਰਮਾ ਨਹੀਂ ਨਿਕਲਦਾ ਸੀ, ਨਿਕਲਦਾ ਸੀ। ਉਹ ਚਾਨਣ ਦੀ ਜਿਹੜੀ ਗੱਲ ਕੀਤੀ ਹੈ, ਉਹ ਧਰਮ ਦਾ ਚਾਨਣ ਹੋਇਆ। ਫਿਰ ਮੈਂ ਰਿਪੀਟ ਕਰਾਂ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸੰਸਾਰ ਵਿੱਚ ਧੁੰਦ ਸੀ, ਕਾਹਦੀ? ਧਰਮ ਦੀ ਧੁੰਦ ਸੀ। ਮਾਫ ਕਰਨਾ, ਧਰਮ ਦੀ ਕਦੀ ਧੁੰਦ ਨਹੀਂ ਹੁੰਦੀ ਹੈ। ਧਰਮ ਦੀ ਕਿਹੜੀ ਧੁੰਦ ਸੀ? ਅਸਲ ਵਿੱਚ ਤੁਸੀਂ ਦੇਖੋ, ਭਾਈ ਗੁਰਦਾਸ ਜੀ ਨੇ ਸ਼ਬਦ ਉੱਤੇ ਧੁੰਦ ਵਰਤਿਆ। ਨੈਕਸਟ ਜਿਹੜਾ ਵਰਤਿਆ ਨਾ, ਅੰਧੇਰਾ ਨਹੀਂ ਵਰਤਿਆ, ਕਿਉਂਕਿ ਅੰਧੇਰੇ ਤੋਂ ਬਾਅਦ ਚਾਨਣ ਹੁੰਦਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਧੁੰਦ ਸੀ, ਅੰਧੇਰਾ ਨਹੀਂ ਸੀ, ਧੁੰਦ ਸੀ। ਧੁੰਦ ਕਿਵੇਂ? ਭਾਵ ਸੰਸਾਰ ਵਿੱਚ ਚਾਨਣ ਸੀ, ਭਾਵ ਸੰਸਾਰ ਵਿੱਚ ਧਰਮ ਸੀ, ਪਰ ਉਹ ਧਰਮ ਕਿਸੇ ਨੂੰ ਚਾਨਣ ਨਹੀਂ ਦੇ ਰਿਹਾ ਸੀ। ਮੈਂ ਫਿਰ ਰਿਪੀਟ ਕਰਾਂ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ, ਭਾਵ ਸੰਸਾਰ ਵਿੱਚ ਚਾਨਣ ਸੀ, ਪਰ ਉਸ ਚਾਨਣ ਦੇ ਵਿੱਚ ਧੁੰਦ ਛਾ ਗਈ ਸੀ। ਮਾਫ ਕਰਨਾ, ਜਿਹੜੇ ਡਰਾਈਵਰ ਵੀਰ ਨੇ ਉਹ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਣਗੇ। ਜਦੋਂ ਅਸੀਂ ਕੋਈ ਗੱਡੀ ਰਸਤੇ ਤੇ ਲੈ ਕੇ ਜਾਂਦੇ ਆ ਨਾ, ਅੱਗੇ ਧੁੰਦ ਛਾ ਜਾਏ, ਭਾਵੇਂ ਦਿਨ ਹੁੰਦਾ ਹੈ, ਚਾਨਣ ਹੁੰਦਾ ਹੈ, ਪਰ ਸਾਹਮਣੇ ਕੁਝ ਨਹੀਂ ਦਿਸਦਾ, ਲਾਈਟ ਜਗਾਓਗੇ ਤਾਂ ਵੀ ਨਹੀਂ ਦਿਸੇਗਾ। ਫਿਰ ਡਰਾਈਵਰ ਵੀਰ ਪਤਾ ਕੀ ਕਰਦੇ ਨੇ? ਉਹ ਇੱਕ ਖਾਸ ਲਾਈਟ ਦਾ ਪ੍ਰਬੰਧ ਕਰਦੇ ਨੇ, ਜਿਹੜੀ ਧੁੰਦ ਨੂੰ ਚੀਰ ਕੇ ਅੱਗੇ ਰਸਤਾ ਦਿਖਾ ਸਕੇ। ਸੰਸਾਰ ਵਿੱਚ ਧਰਮ ਦੀ ਕੋਈ ਕਮੀ ਨਹੀਂ ਸੀ, ਕੋਈ ਕਮੀ ਨਹੀਂ ਸੀ। ਬੇਅੰਤ ਧਰਮ ਸੰਸਾਰ ਵਿੱਚ ਸਨ ਤੇ ਹੈਗੇ ਨੇ। ਹਿੰਦੂ ਵੀਰਾਂ ਦਾ ਧਰਮ ਹੈ, ਬੋਧੀ ਹਨ, ਜੈਨੀ ਹਨ, ਕ੍ਰਾਈਸਟ ਹਨ, ਮੁਹੰਮਦ ਸਾਹਿਬ ਸਨ, ਬੇਅੰਤ ਧਰਮ ਸਨ। ਪਰ ਮੇਰੇ ਸਤਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਧਰਮ ਹੁੰਦਿਆਂ ਹੋਇਆਂ ਵੀ ਸੰਸਾਰ ਵਿੱਚ ਅੰਧੇਰਾ ਸੀ। ਫਿਰ ਸਤਿਗੁਰੂ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ,
मिट्टी धुंध जग चानण हुआ। हुण चानण किवें हो गया? अगले शब्द बड़े सुंदर। मैं बेनती कर रहा सा, असी शब्द पढ़ते हाँ, प्रगट गुरां की देह, भाव मेरे सतगुरु विराजमान सन, पर फिर उन्होंने प्रगट कर दिता, शब्द गुरु नूं साडे सन्मुख रख दिता। इसे तरह जदों असी एक होर बेनती करा, तुसीं जदों पंज प्यारे साहिबान सतगुरु गुरु गोबिंद सिंह जी ने साजे, उत्थे भी शब्द आपां पढ़दे हाँ, सुनते हाँ, प्रगटिओ खालसा, प्रगटिओ खालसा परमात्मा की मौज। मेरे कहण दा भाव यह है, 3 बार इतिहास ने यह शब्द संभाल के रखिया। सतगुरु नानक प्रगटिया, प्रगट गुरां की देह, प्रगटिओ खालसा, तीनों शब्द ਇਹਦਾ कारण है। अगे बेनती करांगा। अज की जिहड़ी बेनती मैं बेनती कर रहा सी, जदों संसार विच चानण, हुण धर्म की कोई कमी नहीं सी, पर धर्म किस तरह के सन? कादी कूड़ बोल मल खाए। फिर दोबारा रिपीट करा, कादी कूड़ बोल मल खाए। अगले शब्द ने फिर धर्म प्रतीक बोले हुए ने, ब्राह्मण नावै जिया घाए। फिर अगले शब्द ने, जोगी जुगत ना जाने अंध, कादी कूड़ बोल मल खाए, ब्राह्मण नावै जिया घाए, जोगी जुगत ना जाने अंध, तीने उजाड़े का बंद। इत्थे ये बेनती नूं मैं रोक रहा हाँ, फिर एक ये छोटी जी बेनती करके फिर ते पकड़ांगा। उस वक्त 3 धर्म के ठेकेदार सन। बेनती कर रहे, जग चानण हुआ, धर्म के 3 ठेकेदार सन। पर हैरानी की गल है, सतगुरु जी ने तिन्हां नूं कह दिता, तुसीं धर्म का रस्ता नहीं दिखा रहे, नहीं दिखा रहे। क्यों नहीं दिखा रहे? अज भी असीं उसे हालत विच हाँ, माफ करना, अज भी असीं उसे थां खड़ गए। फिर आके सतगुरु नानक प्रगटिया, सतगुरु प्रगट ने, पर असीं इस संसार नूं दसी जाते हाँ, लोगों तक गल पहुँचाते भी सतगुरु नानक प्रगटिया प्रगटिया प्रगट। इहदा भाव ये है, वो सतगुरु गुरु नानक जब तक साडे अंदर नहीं प्रगटदा, तद तक ज्यों कर सूरज निकलिया। जिवें एक सूरज निकलदा है ना, तारे छपे अंधेर पलोआ, जद ताईं साडे अंदर अंदर जेकर धर्म नहीं प्रगट हुंदा, तद ताईं असीं भी उत्थे ही खड़े हाँ। असीं भी कह सकते हाँ कि जिहड़े सतगुरु जी ने धर्म की दुनिया के 3 पहलू कहे, कादी कूड़ बोल मल खाए, ब्राह्मण नावै जिया घाए, जोगी जुगत ना जाने अंध, तीने उजाड़े का बंद। ते धन बाबा भाई गुरदास जी ने फिर उत्थे एक शब्द बड़ी सुंदर लिखे। वो कहते सतगुरु नानक कले प्रगट नहीं हुए, कला ये नहीं कि उन्होंने अपना धर्म चला लिया, नहीं, उन्होंने अगले शब्द बड़े सुंदर लिखे। पता कि जेड़ा सतगुरु धन गुरु नानक साहब है ना, वो कले साडे गुरु नहीं है, वो साडे गुरु नहीं है कले कि धन गुरु नानक साहब सिखां दे गुरु हैं ना, पूरे संसार दे दुनिया दे गुरु धन सतगुरु श्री गुरु नानक साहब हैं। और सानू इस गल नूं पकड़ के भी नहीं रखना चाहिए कि गुरु नानक साहब साडे गुरु ने। भाई गुरदास जी का आपां वचन पढ़ते हैं कि जेड़ा सतगुरु धन गुरु नानक साहब है, वो जगत का बाबा है, वो संसार का बाबा है। हुण संसार का बाबा किवें है? हुण देखो, तुसीं ख्याल करियो, दुनिया दे विच होर धर्मां दे रहबर भी आए, श्री रामचंद्र जी आए, मुहम्मद साहब आए, क्राइस्ट जी आए, पर उन्होंने आके किसी दूसरे धर्म नूं नहीं पूछया कि भाई तू अपना धर्म चंगी तरह कमा रहा है कि नहीं। उन्होंने जाके किसी ब्राह्मण नूं नहीं जाके पूछया कि तेरे तू आरती केड़ी आरती करदा है, किस तरह की आरती करदा है, पर जाओ धन सतगुरु श्री गुरु नानक साहब जी कोल, वो जाते ने मंदिर विच, पूछया की हो रहा है, कहते शाम का वक्त है, आरती होने लगी है। सतगुरु खड़ गए कोल, आरती हुई, समाप्ति हुई। महान पंडित जी बोले, सतगुरु तुसी तां बोलदे सी आरती करोगे, पर तुसी आरती कीती नहीं।
ਆਰਤੀ ਸ਼ਾਮਿਲ ਨਹੀਂ ਹੋਏ, ਤੁਸੀਂ ਕਦੇ ਮੰਦਿਰ ਵਿੱਚ ਜਾਣਾ ਐਜ਼ ਏ ਕਨਫਰਮ ਵਾਸਤੇ, ਆਰਤੀ ਕਰਨ ਦਾ ਆਪਣਾ ਇੱਕ ਤਰੀਕਾ ਹੈ, ਆਪਣਾ ਇੱਕ ਲਹਿਜ਼ਾ ਹੈ, ਆਪਣੀ ਇੱਕ ਮਰਿਆਦਾ ਹੈ। ਹੁਣ ਕੋਲ ਪੰਡਿਤ ਜੀ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਨੇ ਉਹ ਮਰਿਆਦਾ ਬਿਲਕੁਲ ਨਹੀਂ ਨਿਭਾਈ। ਮੇਰੇ ਸਤਿਗੁਰ ਕਹਿੰਦੇ ਜੇ ਤੂੰ ਸਜਣਾ ਆਰਤੀ ਕਰਦਾ ਨਾ, ਸੱਚ ਜਾਣੀ ਮੈਂ ਤੇਰੇ ਨਾਲੋਂ ਵੀ ਵੱਧ ਸ਼ਰਧਾ ਦੇ ਨਾਲ ਆਰਤੀ ਵਿੱਚ ਜੁੜਨਾ ਸੀ। ਕਹਿੰਦੇ ਕਰੋੜਾਂ ਸਾਲ ਹੋ ਗਏ, ਹਜ਼ਾਰਾਂ ਸਾਲ ਹੋ ਗਏ, ਮਾਫ ਕਰਨਾ ਕਈ ਹਜ਼ਾਰਾਂ ਸਾਲ ਹੋ ਗਏ ਅਸੀਂ ਆਰਤੀ ਕਰ ਰਹੇ ਹਾਂ। ਮੇਰੇ ਸਤਿਗੁਰ ਕਹਿੰਦੇ ਆਰਤੀ ਕਿਸ ਦੀ ਆਰਤੀ? ਕਹਿੰਦੇ ਇਹ ਪਰਮਾਤਮਾ ਹੈ, ਅਗੰਮ ਹੈ, ਅਗੋਚਰ ਹੈ, ਉਹਦੀ ਆਰਤੀ ਕਰ ਰਹੇ। ਮੇਰੇ ਸਤਿਗੁਰ ਕਹਿੰਦੇ ਹੈਰਾਨੀ ਦੀ ਗੱਲ ਹੈ, ਜਿਹੜਾ ਅਗੰਮ ਹੈ, ਜਿਹੜਾ ਅਗੋਚਰ ਹੈ, ਛੋਟੇ ਛੋਟੇ ਦੀਵਿਆਂ ਨਾਲ ਕਿਵੇਂ ਆਰਤੀ ਕਰ ਸਕਦੇ ਹੋ? ਮੈਂ ਕਹਿੰਦਾ ਨਮਸਕਾਰ ਪੰਡਿਤ ਜੀ ਨੂੰ। ਉਹਨਾਂ ਨੇ ਸਤਿਗੁਰ ਤੋਂ ਪੁੱਛ ਲਿਆ, ਸਤਿਗੁਰੂ ਜੀ ਫਿਰ ਤੁਸੀਂ ਦੱਸੋ ਮੈਂ ਕਿਹੜੀ ਆਰਤੀ ਤੇ ਕਿਵੇਂ ਕਰਾਂ? ਤੇ ਆਪਾਂ ਹਰ ਰੋਜ਼ ਸੁਣਨ ਲੱਗੇ ਉਹ ਸ਼ਬਦ ਪੜ੍ਹਦੇ ਆ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਸਤਿਗੁਰ ਕਹਿੰਦੇ ਉਹ ਪਰਮਾਤਮਾ ਦੀ ਆਰਤੀ ਤਾਂ ਹੋ ਰਹੀ ਹੈ, ਫਿਰ ਕਰਨਾ ਕੀ ਹੈ? ਬਸ ਤੁਸੀਂ ਉਸ ਵਿੱਚ ਸ਼ਾਮਿਲ ਹੋ ਜਾਓ। ਫੁੱਲ ਕਦੇ ਵੀ ਬਦਬੂ ਨਹੀਂ ਦਿੰਦੇ। ਇਹ ਜਿਹੜਾ ਸ਼ਬਦ ਸਤਿਗੁਰੂ ਜੀ ਨੇ ਸਮਝਾਇਆ ਨਾ ਉੱਥੇ ਆਰਤੀ ਦਾ ਦੱਸਿਆ ਵੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ ਧੂ ਮਲਿਆਲ ਨੂੰ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ? ਭਾਵ ਖੰਡਣਾ ਤੇਰੀ ਆਰਤੀ। ਭਾਵ ਖੰਡਣਾ ਭਾਵ ਪੂਰਾ ਬ੍ਰਹਿਮੰਡ ਤਾਂ ਸਤਿਗੁਰੂ ਪਰਮਾਤਮਾ ਦੀ ਆਰਤੀ ਹੈ। ਫਿਰ ਸਤਿਗੁਰ ਸਾਨੂੰ ਕੀ ਕਰਨਾ ਚਾਹੀਦਾ ਹੈ? ਬਸ ਤੁਸੀਂ ਉਸ ਵਿੱਚ ਸ਼ਾਮਿਲ ਹੋ ਜਾਓ। ਹਵਾ ਆਪਣਾ ਕੰਮ ਕਰ ਰਹੀ ਹੈ, ਫੁੱਲ ਆਪਣਾ ਕੰਮ ਕਰ ਰਹੇ ਨੇ, ਸਾਰੀ ਦੁਨੀਆ, ਬਸ ਤੁਸੀਂ ਉਸ ਵਿੱਚ ਖੜ ਕੇ ਖੁਸ਼ਬੂ ਬਦਬੂ ਨਾ ਵਰਤਾਓ। ਬ੍ਰਾਹਮਣ ਨਾਵੇ ਜੀਆਂ ਘਾਏ, ਇਹ ਕੰਮ ਨਾ ਕਰ। ਤੂੰ ਦੁਨੀਆ ਨੂੰ ਲੁੱਟਣਾ, ਬੰਦੇ ਦੇ ਜਨਮ ਤੋਂ ਪਹਿਲਾਂ ਲੁੱਟਣਾ ਸ਼ੁਰੂ ਹੋ ਜਾਂਦਾ, ਬੰਦਾ ਮਰ ਜਾਂਦਾ ਹੈ, ਉਸ ਤੋਂ ਬਾਅਦ ਵੀ ਅਸੀਂ ਸ਼ਰਾਧ ਦਾ ਖਹਿੜਾ ਨਹੀਂ ਛੱਡਦੇ। ਇਹ ਕੀ ਹੈ? ਇਹ ਸਮਾਜ ਨੂੰ ਲੁੱਟਣ ਵਾਲੀ ਗੱਲ ਹੈ ਨਾ। ਬੰਦਾ ਚਲਾ ਗਿਆ ਸੰਸਾਰ ਵਿੱਚ, ਉਹਦੇ ਮਰਨ ਤੋਂ ਬਾਅਦ ਵੀ ਉਹਦਾ ਪਿੱਛਾ ਨਹੀਂ ਛੱਡਿਆ ਜਾ ਰਿਹਾ। ਇਹ ਸਤਿਗੁਰੂ ਜੀ ਨੇ ਸਾਫ਼ ਕਿਹਾ, ਸਤਿਗੁਰੂ ਜੀ ਨੇ ਸਾਫ਼ ਲਫ਼ਜ਼ਾਂ ਵਿੱਚ ਕਹਿੰਦੇ ਇਹੀ ਤਾਂ ਹੈ। ਬ੍ਰਾਹਮਣ ਨਾਵੇ ਜੀਆਂ ਘਾਏ, ਸਤਿਗੁਰੂ ਜੀ ਕਾਜ਼ੀ ਕੋਲ ਜਾਂਦੇ ਨੇ, ਨਵਾਜ਼ ਨਹੀਂ ਅਦਾ ਹੋਈ, ਤੂੰ ਤਾਂ ਕਾਜ਼ੀ ਬਣਿਆ ਹੀ ਨਹੀਂ। ਉਹ ਪੁੱਛਦਾ ਹੈ ਸਤਿਗੁਰੂ ਫਿਰ ਕਾਜ਼ੀ ਕੌਣ ਹੁੰਦਾ ਹੈ? ਸਤਿਗੁਰੂ ਨੂੰ ਸਮਝਾਉਂਦੇ ਨੇ ਕਾਜ਼ੀ ਸੋ ਜੋ ਉਲਟੀ ਕਰੇ। ਕਾਜ਼ੀ ਉਹ ਹੈ ਜਿਹੜਾ ਆਪਣੇ ਜੀਵਨ ਨੂੰ ਉਲਟ, ਜਿਹੜਾ ਗੁਰ ਪ੍ਰਸਾਦੀ ਜੀਵਤ ਮਰੈ, ਜਿਹੜਾ ਗੁਰੂ ਆਪਣੇ ਰਹਿਬਰ ਦੇ ਅਨੁਸਾਰ ਜੀਂਦਿਆਂ ਜੀ ਮਰ ਕੇ ਆਪਣੇ ਜੀਵਨ ਨੂੰ ਜਿਉਂਦਾ ਹੈ, ਉਹ ਅਸਲ ਵਿੱਚ ਕਾਜ਼ੀ ਹੈ। ਸਤਿਗੁਰ ਜਾਂਦੇ ਨੇ ਜੋਗੀਆਂ ਦੇ ਕੋਲ। ਮੈਂ ਧਰਮ ਦੇ ਆ ਜਿਹੜਾ ਵਿਸ਼ਾ ਛੇੜਿਆ ਹੈ ਨਾ, ਅੱਜ ਅਸੀਂ ਵੀ ਧਰਮ ਦੇ ਨਾਮ ਤੇ, ਮੈਨੂੰ ਮਾਫ ਕਰ ਦੇਣਾ, ਇਸੇ ਗੱਲ ਨੂੰ ਪਕੜ ਕੇ ਅਸੀਂ ਰੱਖ ਲਿਆ ਵੀ ਸ਼ਾਇਦ ਸਤਿਗੁਰ ਨੂੰ ਅਸੀਂ ਰੁਮਾਲਾ ਚੜਾ ਦਿੰਦੇ ਹਾਂ, ਇਹ ਧਰਮ ਕਮਾਇਆ ਗਿਆ, ਜਾਂ ਲੰਗਰ ਲਵਾ ਦਿੱਤਾ, ਇਹ ਧਰਮ ਕਮਾਇਆ ਗਿਆ। ਇਹ ਧਰਮ ਕਮਾਉਣ ਦੀਆਂ ਕੁਝ ਸਟੇਜਾਂ ਤਾਂ ਹੋ ਸਕਦੀਆਂ ਨੇ, ਧਰਮ ਕਮਾਉਣ ਦੇ ਕੋਈ ਸਾਧਨ ਤਾਂ ਹੋ ਸਕਦੇ ਨੇ, ਪਰ ਧਰਮ ਨਹੀਂ ਕਮਾਇਆ ਜਾ ਸਕਦਾ ਇਕੱਲਾ। ਧਰਮ ਕਿਵੇਂ? ਧਰਮ ਤਾਂ ਕਮਾਇਆ ਜਾ ਸਕਦਾ ਹੈ। ਸਤਿਗੁਰੂ ਜੀ ਉਦਾਹਰਨ ਦਿੰਦੇ ਨੇ, ਸਤਿਗੁਰ ਕਹਿੰਦੇ ਨੇ ਜੋਗੀ ਜੁਗਤ ਨਾ ਜਾਣੇ ਅੰਧ। ਫਿਰ ਸਤਿਗੁਰ ਸਮਝਾਉਂਦੇ ਨੇ ਸੋ ਜੋਗੀ ਜੋ ਜੁਗਤ ਪਛਾਣੇ, ਗੁਰ ਪ੍ਰਸਾਦੀ ਏਕੋ ਜਾਣੇ। ਆਹ ਧਰਮ ਦੀ ਗੱਲ ਹੈ। ਗੁਰ ਪ੍ਰਸਾਦੀ ਏਕੋ ਜਾਣੇ, ਉਹ ਜੋਗੀ ਹੈ ਜਿਹੜਾ ਜੁਗਤੀ ਪਰਮਾਤਮਾ ਦੀ ਜੁਗਤੀ ਨੂੰ ਸਮਝ ਲਏ ਤੇ ਸਾਰੇ ਸੰਸਾਰ ਦੇ ਤੇਰ ਮੇਰ ਨੂੰ ਛੱਡ ਕੇ ਇੱਕ ਸਮਝ ਜਾਏ। ਪਰ ਅੱਜ ਅਸੀਂ ਆਪਣੇ ਵੱਲ ਝਾਤੀ ਮਾਰ ਕੇ ਦੇਖੀਏ, ਅਸੀਂ ਕਿੰਨਾ ਕੁ ਸਮਝਦੇ ਇੱਕ ਦੂਜੇ ਨੂੰ ਆਪਣਾ। ਅਸੀਂ ਨਗਰ ਕੀਰਤਨ ਲੈ ਕੇ ਜਾਂਦੇ ਹਾਂ, ਤੁਸੀਂ ਵੀ ਲੈ ਕੇ ਜਾਂਦੇ ਹੋ। ਪਿਛਲੇ ਦਿਨੀ ਗੁਰਦੁਆਰਾ ਸਾਹਿਬ ਵਿਖੇ ਉਹ ਅਸੀਂ ਇਸ ਕਰਕੇ ਨਹੀਂ ਲੈ ਕੇ ਜਾਂਦੇ ਵੀ ਦੁਨੀਆ ਨੂੰ ਦੱਸਣਾ ਦੇਖੋ ਸਾਡੀ ਏਕਤਾ ਕਿੰਨੀ ਹੈ, ਸਾਡਾ ਸਿੱਖ ਸਮਾਜ ਕਿੰਨਾ ਹੈ। ਨਹੀਂ, ਬਿਲਕੁਲ ਵੀ ਨਹੀਂ। ਨਾ ਤਾਂ ਤਾਕਤ ਦਿਖਾਉਣ ਵਾਸਤੇ ਹੁੰਦਾ ਹੈ ਨਗਰ ਕੀਰਤਨ, ਤੇ ਨਾ ਉਹ ਇਸ ਕਰਕੇ ਹੁੰਦਾ ਵੀ ਚਲੋ ਘਰੋਂ ਅੱਜ ਛੁੱਟੀ ਹੈ, ਨਾਲੇ ਚਾਹੇ ਵੰਨ ਸਵਰਨੇ ਪਦਾਰਥ ਛਕ ਕੇ ਨਾਲੇ ਚਾਰ ਗੱਲਾਂ ਮਾਰ ਕੇ ਵਾਪਸ ਆ ਜਾਵਾਂਗੇ। ਬਿਲਕੁਲ ਵੀ ਨਹੀਂ। ਉਹ ਇਸ ਕਰਕੇ ਹੁੰਦਾ ਹੈ ਅਸੀਂ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਤੇ ਦੁਨੀਆ ਤੱਕ ਪਹੁੰਚਾ ਦਈਏ।
वो ताकत दिखाने वास्ते नहीं होता। ताकत तो सानू पता है साडे विच किन्नी की एकता है। माफ़ करना, असी सारे आपस ही बैठे हैं, सानू पता है साडे विच किन्नी की एकता है, साडे घरां विच किन्नी एकता है। उस तरह असी कहंदे हैं धर्म असी देखो किन्ना वधिया कमा रहे हैं। घर विच एक छत दे थल्ले दो ब्रदर रहिंदे ने, उन्हां दी आपस च नहीं बनदी, गुरुद्वारे किस आके किवें धर्म कमा सकदे। सतगुर कहंदे सो जोगी जो जुगत पछाणे गुर प्रसादी, एको जाने तेर मेर दी ऊंच नीच दी भावना जिस दिन खत्म हो गई बंदिया, तू भी घर बैठिया जोगी बन जाएगा। सतगुर गए ना सुमेर पर्वत ते जो दूसरी उदासी के दौरान सतगुर जी उत्थे पहुंचे। उन्होंने पूछा सतगुर जी मात लोक विच क्या वर्तारा। सतगुर जी उत्थे जोगियां नूं बोले। सतगुर ने जोगियां नूं बोलिया निस दिन अंग लगाए जोगी ज्ञान बिहूणिया, निस दिन अंग लगाए सारा बाज गुरु डुब्बा जग सारा। सतगुर कहते उत्थे तो कोई धर्म नहीं है, उत्थे कोई गुरु नहीं है। उहदा भाव की है? सतगुर कहते जोगियां कोल कोई ज्ञान नहीं है, जिहड़ा ज्ञान है वो बिना कारण का बिना मतलब का। मैं फिर अपनी बेनती नूं वापस लैके जिथों आपां चले सी। सतगुर नानक प्रगटिया मिट्टी धुंध जग चानण हुआ। सतगुरु धन बाबा सतगुरु गुरु नानक साहब तां दुनिया दे जगत दे बाबा हन, तां जगत दे गुरु हन, क्योंकि उन्होंने दूसरे धर्म दे विच भी जाके उन्होंने पूछा भाई तुहाडी आरती चंगी तरह नहीं हो रही, नवाज चंगी तरह अदा नहीं हो रही, जोगी साहब जी तुहाडी जुगती तुहानूं पछाड़ी नहीं जा रही। फिर उन्होंने पूछा भी, सतगुरु ने समझाया भी, तां सारी दुनिया के मालक गुरु नानक साहब हन। मैं बेनती कर रहा सा, ज्यों कर सूरज निकलिया तारे छपे अंधेर पलोआ। पलोए के अर्थ अलग अलग विद्वानों ने किए ने। एक विद्वान बड़े सुंदर सरदार गुरमुख सिंह जी प्रीतम, उन्होंने पलोए के अर्थ बड़े सुंदर किए ने। पलोए का अर्थ आप आम कर देंगे हाँ भी किसी चीज़ का खत्म हो जाना, नाश हो जाना, पर उन्होंने बड़ा सुंदर अर्थ किए। वो कहते नहीं, कल्ले पलोए के अर्थ ये नहीं है कि किसी चीज़ का खत्म हो जाना, वह सिमट जाना। असल पलोए के अर्थ सिमट जाना। कहते पलोए के अर्थ है बिल्कुल खत्म हो जाना, अज तो बाद अंधेरा आना ही नहीं। भाई गुरदास ने बड़े सुंदर शब्द, ज्यों कर सूरज निकलिया तारे छपे अंधेर पलोआ, अंधेरा खत्म ही हो गया। ये हो सकता है सूरज छिप गया पर रात फिर आ गई, अंधेरा फिर आ गया। पर भाई गुरदास जी कहते हुण सतगुरु गुरु नानक साहब आए ने पर अंधेरा कदे नहीं आएगा। हुण सतगुरु गुरु नानक की बाणी आई है पर अंधेरा कदी नहीं आएगा। पर अंधेरा तां कदी नहीं आएगा जे गुरु नानक साहब साडे अंदर प्रगट हो गए। हाँ जे लोगों को दसदे रहे कि देखो जी गुरु नानक साहब प्रगटे गए तो माफ़ करना, अंधेरा तो जांदियां साडे घर विच पहला बढ़िया होना है। कर्म कांडा का अंधेरा मेरे सतगुरु कह के गए। मेरे सतगुरु जी का शब्द दुबिधा ना पढ़ो हर बिन होर ना पूजो, मड़ै मसान ना जाई। पिंडां दे विच ना बड़ा सुंदर रिवाज हुंदा सी पहला। आप सारे बजुर्ग बैठे, मैं तां ये गल करन लगा हाँ। पिंडां दे विच की करदे सन, छोटे हुंदे बच्चे, मेरे खोज तो पहला दी गल्लां ने, अज भी है पिंडां 'च ये रिवाज। बच्चों ने की करना, घरों जो गुरुद्वारा साहब मत्था टेकन जाना ना, माँ ने उस कोली दे विच आटा पा देना थोड़ा जिहा। बच्चे ने जाना, वो जिहड़ा कोली वाला आटा होना वो उत्थे जिहड़ी वस्तु जिहड़ा भांडा रखिया होएगा उहदे विच पा देना, अग्गों कड़ाह प्रशाद उहदे विच पा के वापस लै आना। मैं कहंदा हुंदा मेरे सतगुरु गुरु नानक साहब ते इन्ना क भरोसा होवे, दुबदा ना पढ़ो हर बिन दुबदा ना पढ़ो हर बिन होर ना पूजो हर बिन। सतगुरु गुरु नानक साहब ने उत्ते ये शब्द नहीं वरतिया कि गुरु नानक तो बिना किसी होर नूं ना पूजो। उत्ते शब्द की है? हर बिन दुबदा ना पढ़ो हर बिन। सारी संगत इसनूं जरूर पढ़े, हर बिन दुबदा ना पढ़ो हर बिन होर ना पूजो मड़े मसाण ना जाई। बंदिया
ਜੇਕਰ ਛੋਟੇ ਹੁੰਦਿਆਂ ਤੂੰ ਕੋਲੀ ਵਿੱਚ ਆਟਾ ਲੈ ਕੇ ਗੁਰਦੁਆਰੇ ਗਿਆ ਹੈ ਨਾ, ਕਦੇ ਸਮਾਂ ਇਹ ਨਾ ਬਣੀ, ਗੁਰੂ ਤੋਂ ਇਹ ਵਿਸ਼ਵਾਸ ਨਾ ਚੱਕੀ ਉਸੇ ਕੋਲੀ ਵਿੱਚ ਤੇਲ ਪਾ ਕੇ ਕਦੇ ਸ਼ਨੀ ਦੇਵਤੇ ਦੇ ਮੰਦਿਰ ਵਿੱਚ ਜਾਣਾ ਪਵੇ। ਕਦੇ ਇਸ ਤਰ੍ਹਾਂ ਦਾ ਸਮਾਂ ਨਾ ਆਵੇ ਕਿ ਤੈਨੂੰ ਉਸੇ ਜਿਸ ਕੋਲੀ ਦੇ ਵਿੱਚ ਕੜਾਹ ਪ੍ਰਸ਼ਾਦ ਲਿਆ ਉੱਥੋਂ ਕੁਝ ਹੋਰ ਆਸ ਰੱਖੀ ਫਿਰਦਾ ਹੋਵੇ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਮਨਾਇਆ ਪ੍ਰਕਾਸ਼ ਪੁਰਬ ਸਾਡੇ ਲਈ ਲਾਹੇਵੰਦ ਤੇ ਸਾਡੇ ਅੰਦਰ ਦੀ ਸੁਰਤੀ ਨੂੰ ਤੇ ਹਿਰਦੇ ਨੂੰ ਸੰਭਾਲੇਗਾ। ਜੇ ਗੁਰੂਦੁਆਰੇ ਗਏ, ਗਾ ਕੇ ਵੀ ਗਏ, ਵਜਾ ਕੇ ਵੀ ਗਏ, ਸੁਣ ਕੇ ਵੀ ਗਏ, ਪਰ ਜਾਂਦਿਆਂ ਫਿਰ ਉਹੀ ਕਰਮ ਕਾਂਡ, ਉਹੀ ਫਿਰ ਸਤਿਗੁਰ ਤੇ ਭਰੋਸਾ ਨਹੀਂ, ਤੇ ਫਿਰ ਗੱਲ ਨਹੀਂ ਬਣੇਗੀ। ਆਪਾਂ ਇਸ ਸਤਿਗੁਰ ਦੇ ਉਪਦੇਸ਼ ਦੀ ਗੱਲ ਕਰ ਰਹੇ ਸੀ। ਥੋੜਾ ਜਿਹਾ ਇਤਿਹਾਸ ਵੱਲ ਚੱਲ ਕੇ ਮੈਂ ਸਮਾਪਤੀ ਵੱਲ ਨੂੰ ਫਿਰ ਵਾਪਸ ਆਵਾਂਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ 15 ਅਪ੍ਰੈਲ ਸੰਨ 1478 ਨੂੰ ਜਨਮ ਹੋਇਆ। ਪਿਤਾ ਦਾ ਨਾਮ ਆਪ ਸਾਰੇ ਜਾਣਦੇ ਹੋ, ਮਹਿਤਾ ਕਾਲੂ ਜੀ। ਮਾਤਾ ਦਾ ਨਾਮ ਤ੍ਰਿਪਤਾ ਜੀ। ਤੇ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਜਦੋਂ ਪ੍ਰਕਾਸ਼ ਹੋਇਆ, ਅਲੱਗ-ਅਲੱਗ ਵਿਦਵਾਨਾਂ ਦੀ ਰਾਏ ਹੈ। ਕਵੀ ਸੰਤੋਖ ਸਿੰਘ ਜੀ ਜਨਮ ਸਾਖੀਆਂ ਅਨੁਸਾਰ ਕਹਿੰਦੇ ਨੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਜਨਮ ਹੋਇਆ ਉਹ ਮੁਸਕਰਾਏ ਹਨ। ਹਾਂ, ਕਈ ਵਾਰ ਸਾਡੇ ਮਨ ਵਿੱਚ ਇਹ ਆ ਜਾਂਦੀ ਹੈ ਵੀ ਇਹ ਕਿਵੇਂ ਹੋ ਸਕਦਾ ਹੈ, ਪਰ ਉਹ ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਬੋਲਦੇ ਨੇ ਤੇ ਮੁਸਕਰਾਣਾ ਕੋਈ ਵੱਡੀ ਗੱਲ ਨਹੀਂ ਹੈ। ਉਹ ਮੁਸਕਰਾ ਕੇ ਸੰਸਾਰ ਨੂੰ ਸਮਝਾ ਕੇ ਗਏ ਸੀ। ਕਿਉਂ? ਸੁਣੀ ਪੁਕਾਰ, ਲੋਕਾਂ ਨੇ ਪੁਕਾਰ ਕੀਤੀ ਸੀ। ਕਿਹੜੀ ਪੁਕਾਰ? ਜਦੋਂ ਬਾਬਾ ਨਾਮਦੇਵ ਜੀ ਮੰਦਿਰ ਵਿੱਚ ਗਏ, ਉਹਨਾਂ ਵਰਗੇ ਹੋਰ ਗਏ, ਪਰਮਾਤਮਾ ਦੀ ਪੂਜਾ ਲਈ ਅੱਗੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਫਿਰ ਉਸ ਧਰਤੀ ਦੀ ਪੁਕਾਰ ਪਰਮਾਤਮਾ ਅੱਗੇ, ਭਾਵ ਧਰਤੀ ਦੀ ਪੁਕਾਰ ਦੀ ਕਿ ਸੁਣੀ ਪੁਕਾਰ ਦਾਤਾਰ ਪ੍ਰਭ। ਇਹਦਾ ਭਾਵ ਕੀ ਹੈ? ਇਹਦਾ ਭਾਵ ਹੈ ਉਹ ਤੇ ਜਿਹੜੀ ਲੋਕਾਈ ਰਹਿੰਦੀ ਹੈ, ਦੁਨੀਆ ਰਹਿੰਦੀ ਹੈ, ਦੁਨੀਆ ਨੇ ਉਸ ਪਰਮਾਤਮਾ ਅੱਗੇ ਪੁਕਾਰ ਕੀਤੀ, ਸਤਿਗੁਰੂ ਤੂੰ ਮੇਰੇ ਤੇ ਕਿਰਪਾ ਕਰ। ਜੇ ਤੂੰ ਕਿਰਪਾ ਕਰ ਦੇ ਮੈਂ ਤਾਂ ਇਸ ਸੰਸਾਰ ਵਿੱਚ ਪਰਮਾਤਮਾ ਨੂੰ ਮਿਲ ਸਕਦਾ ਹਾਂ। ਇੱਥੇ ਬਸ ਨਹੀਂ, ਸਮਾਂ ਆਇਆ ਜਿਸ ਭਗਤ ਬਾਬਾ ਨਾਮਦੇਵ ਜੀ ਨੂੰ ਮੰਦਿਰ ਵਿੱਚੋਂ ਧੱਕੇ ਮਾਰੇ ਗਏ, ਸਤਿਗੁਰੂ ਜੀ ਪ੍ਰਗਟੇ, ਉਹਨਾਂ ਨੇ ਆਪਣੇ ਨਾਲ ਬਿਠਾ ਲਿਆ, ਕੱਲਾ ਬਿਠਾਇਆ ਨਹੀਂ। ਅੱਜ ਵੀ ਅਸੀਂ ਹਰਮੰਦਰ ਵਿੱਚ ਉਹੀ ਬਾਬਾ ਭਗਤ ਨਾਮਦੇਵ ਜੀ ਉੱਚੀ ਆਵਾਜ਼ ਦੇ ਕੇ ਲੋਕਾਂ ਨੂੰ ਕਹਿੰਦਾ ਹੈ, ਤੂੰ ਕੌਣ ਰੇ? ਤੇ ਸੀਨਾ ਠੋਕ ਕੇ ਬਾਬਾ ਕਹਿੰਦਾ ਹੈ, ਮੈਂ ਜੀ ਨਾਮਾ। ਇਹ ਸਤਿਗੁਰੂ ਜੀ ਸੰਸਾਰ ਵਿੱਚ ਆਏ, ਉਹਨਾਂ ਨੇ ਜੀਵਨ ਦੀ ਦੁਨੀਆ ਨੂੰ ਬਦਲ ਦਿੱਤਾ। ਇਤਿਹਾਸ ਕਹਿੰਦਾ ਹੈ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਿਮਾ ਪ੍ਰਕਾਸ਼ ਦੇ ਕਰਤਾ ਲਿਖਦੇ ਨੇ, ਉਹ ਕਹਿੰਦੇ ਨੇ ਇੱਕ ਦਿਨ ਕੀ ਹੋਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਬਾਹਰ ਖੇਡਣ ਗਏ, ਘਰ ਵਾਪਸ ਪਰਤੇ ਤੇ ਮਾਤਾ ਤ੍ਰਿਪਤਾ ਜੀ ਨੇ ਪਤਾ ਕੀ ਬੋਲਿਆ, ਪੁੱਤਰਾ ਜਿਹੜੇ ਸਵੇਰੇ ਬਰਤਨ ਘਰੋਂ ਲੈ ਕੇ ਗਿਆ ਸੀ ਨਾ, ਸਮਾਨ ਲੈ ਕੇ ਗਿਆ ਸੀ, ਉਹ ਵਾਪਸ ਨਹੀਂ ਲੈ ਕੇ ਆਇਆ। ਤੇ ਸਤਿਗੁਰੂ ਜੀ ਮੁਸਕਰਾ ਪਏ, ਕਹਿੰਦੇ ਉਹ ਚੇਤਾ ਭੁੱਲ ਗਿਆ, ਖੇਡਦਿਆਂ ਹੋਇਆਂ ਚੇਤਾ ਭੁੱਲ ਗਿਆ। ਮਾਤਾ ਜੀ ਫਿਰ ਬੋਲੇ, ਬੱਚਿਆ ਤੈਨੂੰ ਪਤਾ ਹੈ ਤੂੰ ਕੱਲ ਵੀ ਕੋਈ ਸਮਾਨ ਘਰੋਂ ਲੈ ਕੇ ਗਿਆ ਸੀ, ਕਿੱਥੇ ਛੱਡ ਆਇਆ? ਤੇ ਮਹਿਮਾ ਪ੍ਰਕਾਸ਼ ਦੇ ਕਰਤਾ ਲਿਖਦੇ ਨੇ, ਅਸਲ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਿਹੜੀ ਦੇਣ ਦੀ ਬਿਰਤੀ ਹੈ ਨਾ, ਅੰਦਰ ਦੀ ਬਿਰਤੀ ਹੈ। ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਉਹ ਹਨ, ਜਦੋਂ ਕਿਸੇ ਨੂੰ ਸੇਕ ਲੱਗਦਾ ਹੈ ਨਾ ਤੇ ਸਤਿਗੁਰ ਆਪ ਉਹਨਾਂ ਦਾ ਹਿਰਦਾ ਪਿਘਲ ਜਾਂਦਾ ਹੈ। ਸਤਿਗੁਰ ਖੇਡਣ ਦੇ ਬਹਾਨੇ ਆਪਣੇ ਘਰੋਂ ਸਮਾਨ ਲਿਜਾ ਕੇ ਜਿਹੜੇ ਗਰੀਬ, ਜਿਨ੍ਹਾਂ ਦੇ ਘਰਾਂ ਵਿੱਚ ਭਾਂਡੇ ਬਰਤਨ ਚੀਜ਼ਾਂ ਨਹੀਂ ਹੁੰਦੀਆਂ ਸਨ, ਮਲਕ ਦੇ ਨਹੀਂ ਉਹਨਾਂ ਦੇ ਘਰ ਰੱਖ ਹੋਣੀਆਂ। ਜਦੋਂ ਸਤਿਗੁਰੂ ਜੀ ਨੇ ਗਲੀ ਵਿੱਚੋਂ ਨਿਕਲਣਾ, ਕਵੀ ਸੰਤੋਖ ਸਿੰਘ ਜੀ ਬੜਾ ਸੁੰਦਰ ਲਿਖਦੇ ਨੇ, ਕਹਿੰਦੇ ਨਿਕਲਤ ਨਿਕਲਤ ਦੇਖਤ ਜਾਤ ਬੁਝੇ ਨਾ ਆ ਮਨ ਕੀ ਆਤ। ਕਹਿੰਦੇ ਨੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨਿਕਲਦੇ ਨੇ, ਨਿਕਲਦੇ ਜਾਂਦੇ ਦੇਖਦੇ ਨੇ, ਤੇ ਜਿੰਨੇ ਵੀ ਗਲੀਆਂ ਵਾਲੇ ਲੋਕ ਨੇ ਉਹ ਸਾਰੇ ਸਤਿਗੁਰੂ ਨੂੰ ਦੇਖਦੇ ਨੇ। ਕਹਿੰਦੇ ਬੁਝਤ ਨਾ ਮਨ ਕੀ ਆਤ, ਕਹਿੰਦੇ ਜਿਹੜੇ ਅੰਦਰ ਦੀ ਪਿਆਸ ਹੈ ਨਾ ਉਹ ਬੁਝਦੀ ਨਹੀਂ ਹੈ। ਸਤਿਗੁਰੂ ਦਾ ਚਿਹਰਾ, ਸਤਿਗੁਰ ਦੇ ਚਿਹਰੇ ਦੀ ਲਾਲੀ, ਅੱਖਾਂ ਦੀ ਰੁਸ਼ਨਾਈ, ਇੱਕ ਇੱਕ ਚੀਜ਼ ਲੋਕ ਦੇਖ ਕੇ ਆਪਣੇ ਅੱਖਾਂ ਵਿੱਚ ਸਮਾ ਲੈਂਦੇ ਨੇ। 15 ਸਾਲ ਦੀ ਉਮਰ ਵਿੱਚ ਸਤਿਗੁਰੂ ਜੀ ਦੀ ਮੈਰਿਜ ਹੋਈ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਉਦਾਸੀਆਂ ਆਰੰਭ ਕੀਤੀਆਂ।
उदासी पहली उदासी उन्होंने आरंभ की 1507। कुछ विद्वान डॉक्टर हरजिंदर सिंह जी दलगीर, प्रोफैसर करतार सिंह जी MA, प्रोफैसर सहब सिंह जी इन्हों अनुसार 1506, कुछ 5 भी लिखते हैं। कहने का भाव पहली उदासी 5-7 के नेड़े तेड़े उन्होंने आरंभ की। जिन्ने भी तीर्थां दी ये पहली उदासी सी, हरिद्वार, जगन्नाथपुरी, जिन्ने भी ये इलाके कुरुक्षेत्र का इलाका, ये सारे सतगुरु जी ने पहले उदासी के दौरान संगतां नूं उतारिया। ते जदों हरिद्वार गए उत्थे दी घटना आप सारे जानते हो, मैं कह के फिर अगे चलदा हाँ। सतगुरु गुरु नानक साहब जी जदों हरिद्वार की धरती ते आए, उत्थे उन्होंने देखा आस पास लोग बैठे ने। कुछ लोगों को देखा वो सूरज नूं पानी दे रहे सन। सतगुरु जी ने एक अपना गड़वा चुकिया, उन्होंने उल्टी दिशा नूं लहंदे पासे नूं पानी देना शुरू कर दिता। आस पास के 1-2 लोग आए, उन्होंने समझाया कि पढ़िया लोगा, तुहानूं पता नहीं जिहड़ा पानी है ना, ये चढ़दे नूं देईदा है, ये सूरज नूं देंदे हो ते तुसीं लहंदे नूं देंदे आ। सतगुरु जी फिर नहीं हटे। हुण एक ने क्या, 2 ने देखा। हुण आप जी नूं पता है कई बार जो 2-4 लोग इकट्ठे हो जाना तो साडे वर्गे जिहड़े बेले बैठे खड़े होंदे ने वो भी जाके नाल जुड़ जाते भी देख ही लईए पता नहीं की तमाशा है। काफ़ी लोग इकट्ठे हो गए। सतगुरु जी ने गड़वा रख दिता, पुछया भी की गल? कहंदे भी तुहानूं देख रहे हैं। कहंदे मतलब? कहंदे इन्ने लोग चढ़दे नूं पानी दे रहे हो, तुसीं लहंदे नूं क्यों? मेरे सतगुरु कहंदे यही तो मैं तुहानूं पुछना चाहुंदा है भी तुसीं चढ़दे नूं क्यों पानी दे रहे हो? उन्हां दा जवाब सी, असीं अपने पितरां नूं पानी दे रहे हैं, असीं सूरज दे राहीं अपने पितरां नूं पानी पहुंचा रहे हैं। मेरे सतगुरु कहंदे मैं भी फिर इहो, मैं तलवंडी विचों पाकिस्तान, अज जिहड़ा पाकिस्तान दे विच है उतों आया हाँ। मेरी भी फसल मैनूं पता लगा कल ही सुक गई है, बारिश नहीं हुई, उत्ते पानी देने की कोशिश कर रहा। सारे लोग हस पे। सतगुरु कहंदे मैं तुहाडी गल सुन के नहीं हसिया, तुसीं क्यों हसे हो? कहंदे तुहानूं पता नहीं है कि कदे इन्नी दूर भी पानी जा सकता है, इत्थे पानी पाउण दे नाल। कहंदे ये गल तुहानूं क्यों नहीं समझ रही? जेकर मेरा पानी इत्थों सिर्फ कुछ 100 किलोमीटर नहीं जा सकता, तुहाडा हज़ारां करोड़ किवें जा सकता है? वो धन सन वो लोग, वो सतगुरु के चरणी पै गए। सतगुरु फिर दस सानू की करना चाहिए है? फिर सतगुरु कहंदे इन्हें मरण तो बाद पानी ना दो, जे पानी देना है जीवत पितर ना माने को, मुए सिरांद कराई। कहंदे इवें पानी दे के कुछ नहीं बनेगा, उन्होंने जींदिया होया पानी, जींदिया होया उन्हों की सेवा करो। इत्थे बस नहीं। जदों सतगुरु जी दूसरी, मैं क्योंकि समय की समाप्ति है, विच एक पॉइंट आप जी दे सानू रख रहा हाँ। जदों सतगुरु जी दूसरी उदासी विच उन्होंने पश्चिम के जिन्ने भी मक्के की उदासी है, बगदाद की उदासी है, उत्थे लोगों को समझाया। उत्थे पीर दस्तगीर मिले, उन्होंने भी सुनिया कि सतगुरु गुरु नानक जगत नूं तारन वास्ते आया। उन्होंने आके सतगुरु जी नूं बोलिया, सतगुरु जी सुनिया तुसीं संसार नूं तारन आए हो, मैं असीं तुहाडे तो कुछ शब्द, कुछ क्वेश्चन ने उन्हां दे आंसर चाहते हैं। सतगुरु जी कहते जी आया। कहते भी एक गल दसो, तुसीं परमात्मा च विश्वास करते हो? सतगुरु जी बोले बिल्कुल, परमात्मा है। कहते परमात्मा जे है तो फिर साबित करो। दूसरा क्वेश्चन, जे परमात्मा है तो दसो परमात्मा करदा की है? तीसरा क्वेश्चन, जे परमात्मा है वो करदा की है, तो तीसरा परमात्मा नूं उहनूं मिलिया किवें जा सकता है? मेरे सतगुरु जी हस पे, कहते परमात्मा है, साबित भी करांगे, पर तुहानूं पता है भी जदों भी किसी को उपदेशित किया जाता है ना, उस तो थोड़ा तां उठ के फिर उपदेश किया जाता है। उन्होंने अपना सिंघासन छड़ दिता ते सतगुरु आप उन्होंने दस्तगीर पीर के सिंघासन से जा बैठे। उत्थे जाके सतगुरु जी ने कहते हुण दसो आप जी का क्वेश्चन की सी? कहते सतगुरु का परमात्मा जे है तो करदा की है? कहते अजे समझ नहीं आई।
वो दस्तगीर बड़े हैरान हुए। कहते सब मतलब कहते परमात्मा तख्त ते बैठियां नूं उतार दिंदा है ते जिहड़े थल्ले बैठे हुंदे उन्हां नूं तख्त ते बिठा दिंदा है। ये वो परमात्मा करता है। नमस्कार कीती, साबित करोगे? कहते साबित असीं कर सकते हैं, पर पहला खाण पीण का जे प्रबंध किया जाए तो चंगी गल होएगी। कहते उन्होंने लिया के दुध अगे सजा दिता। मेरे सतगुरु जी बोले ये की है? कहते दुध है। कहते पर ये तो मैनूं मक्खण दिसदा है। कहते हैरानी की गल है, ये दुध है जी, साडे इलाके में दुध कहा जाता है। मेरे सतगुरु कहते दुध नूं मैं जानदा, पर यह तो मक्खण है। वो कहते असीं समझे नहीं। सतगुरु गुरु साहब बोले कि तुसीं साबित कर सकते हो कि इहदे विच मक्खण नहीं है? दस्तगीर पीर चुप करके कहते सतगुर है। कहते है तो फिर दिसदा क्यों नहीं? कहते दस्तगीर कहते दिसेगा तां जे जाग लगेगा, फिर उन्होंने सहज विच टिकाया जाएगा। थोड़ा जिहा हिला दिओ, ਉਹਦੇ ਵਿੱਚੋਂ मक्खण भी प्रगट हो जाएगा। सतगुर कहते बस यही तो मैं ਤੁਹਾਨੂੰ समझाना चाहता हाँ। परमात्मा परमात्मा है, पर तुसी सहज विच तां टिको। तुसी जिनी नाम ध्याया गए मशक्कत मेहनत, गए मशक्कत घाल, नानक ते मुख उजले केती छुट्टी नाल। सतगुर कहते परमात्मा एक मक्खण दी न्याई है। दुध में सानू मक्खण दिसदा नहीं, पर सहज विच टिक जाए, गुरु दी बाणी दा जाग लग जाए, थोड़ा जिहा उठ के देखी, तेनू परमात्मा चारों बन्ने पसरिया नजर आएगा। रंगी रंगी भांति कर कर जिनसी माया जिन उपाई। ये परमात्मा दी उपाई हुई माया है। परमात्मा रंग रंग में समाया होया है। वो दस्तगीर पीर सन जिहड़े, उन्होंने सतगुर अगे शीश निभा दिता। सतगुर जी जदों दूसरी जदों पहली उदासी दौरान अहमदाबाद की धरती ते गए। बड़ी कीमती गल है, मैं इतिहास का पक्ष लैके आप जी के सन्मुख हाँ। अहमदाबाद की धरती ते गए, उत्थे जाके सतगुर जी ने सब तो पहला वासा किया भाई लालो के ग्रह विखे। मैं उस बेनती वाल आप जी के सन्मुख आना है कि जद ताई सतगुर साडे अंदर नहीं प्रगट होता, असी किन्ने भी रोला पाई जाइए, साडे लिए फिर सतगुर प्रगटे नहीं हैं। साडे लिए ते अज भी वही वो हालात ने जिहड़े अज तो सतगुर दे पहला बड़े सन। साडे लिए वही वो है, जे साडे अंदर सच प्रगट हो गया, असी कह सकते हैं राजे शी मुकद्दम कुत्ते। असी कह सकते हैं उन्होंने बंगाल सकते हैं राजे शी मुकद्दम कुत्ते, जाए जगाए न बैठे सुते। असी बाबर वर्गे नूं जाबर कह सकते हाँ जे साडे अंदर सतगुर प्रगट हो गया। मैं बेनती कर रहा हाँ, सतगुरु गुरु नानक साहब जी भाई लालो के ग्रह विखे गए। दूसरा दिन चढ़िया, उस इलाके दे विच भाई मलक भागो रहिंदा सी। असी भी कई बार कोशिश करते हाँ कि असी लंगर करा लिया, साडा काम समाप्त हो गया। असी नहीं ध्यान दिता कि साडे बच्चों नूं गुरबाणी का इतिहास का पता लगा है कि नहीं। बाकी गुरबाणी अनुसार साडे जीवन में कोई कर्म कांड तो नहीं। असी लंगर कराया, गल समाप्त हो गई, भी धर्म कमाया गया। पर माफ़ करना, इस बेनती नूं थोड़ा गहराई में समझना, किते ये ना हो कि आप जी के मन में आवे लो जी कि कल का जवाब बैठ गया सानू दसन दिया भी लंगर भी कोई धर्म नहीं होता। सिर्फ एक गहराई के नाल जाके डीपली जाके असी कला इत्थे तक सीमित नहीं रहना है, क्योंकि असी साडे अंदर असी अज लंगर कराया, कल साडे अंदर हंकार आ गया। कमाल की गल है, गुरुद्वारा साहब मत्था टेकण आए, किसी ने सत श्री अकाल नहीं बुलाई, सानू प्रसाद नहीं मिलिया, इसे गल ते साडा टुट जाता है भरोसा। कोई थोड़ी जी गड़बड़ी हो गई, अल तो बाद गुरुद्वारे नहीं जाना, अल तो बाद मैं गुरुद्वारे जाया करना है। इसका की भाव है? भाव साडे अंदर गुरु दे नाल प्यार नहीं है, सानू गुरुद्वारे दी कंधां नाल प्यार है। यही हो गया ना, कोई भी गल हुई, प्रसाद नहीं मिलिया, नहीं आया करना गुरुद्वारे। किसी ने कुछ कह दिता भी थोड़ा जिहा परल हो जाओ, इन्ने च गुस्सा आ गया।
नहीं, सतगुरु गुरु नानक साहब गए भाई लालो के गृह विखे। दूसरे दिन इनवाइट किया सतगुरु गुरु नानक साहब ने, कहते मलक भागो के गृह विखे लंगर है, तुसी सब ने आना। सारा पिंड गया। गुरु नानक साहब, भाई मरदाना जी ते भाई लालो जी, वो महान महापुरख वो नहीं गए। हुण मलक भागो वो बड़ा खुश सी, उन्हें अपने अहलकारां नूं सिपाहियां नूं बुलाया, कहते सारा पिंड आ गया? कहते हाँ जी सारा पिंड आ गया। कहते कोई रहा तो नहीं? कहते नहीं जी, एक बंदा एक घर रह गया ते ओदे घर कुछ परोहणे आए ने गुरु नानक साहब, बस वो नहीं आए। मैं कहना देखो मलक भागो साडे नालों कितना चंगा सी। साडे तो लंगर विच बाई चांस कोई बाहर दा आके बैठ जाए ना, ਅਸੀਂ ਇੱਕਦਮ ਹੀ ਠਾ ਦਿੰਦੇ ਵੀ ਤੂੰ ਕਿੱਥੋਂ ਆ ਕੇ ਬੈਠ ਗਿਆ, ਸਾਡੀ ਅੱਜ ਸਾਰੀ ਸੰਗਤ ਬੈਠੀ ਹੈ। ਉਹ ਸਾਡੇ ਨਾਲੋਂ ਚੰਗਾ ਸੀ। ਉਹ ਕਹਿੰਦਾ ਕੋਈ ਵੀ ਪਿੰਡ ਵਿੱਚ ਰਹਿ ਨਾ ਜਾਏ, ਇੱਕ ਵੀ ਬੰਦਾ ਨਾ ਰਹਿ ਜਾਏ ਜਿਹੜਾ ਮੇਰਾ ਲੰਗਰ ਛਕਣ ਨਾ ਆਵੇ। ਕਿੰਨਾ ਵੱਡਾ ਲੰਗਰ ਲਾਇਆ ਹੋਵੇਗਾ ਦੇਖੋ। ਅਸੀਂ ਤਾਂ ਫਿਰ ਵੀ ਉਹਨਾਂ ਨੂੰ ਛਕਾਉਂਦੇ ਜਿਹੜਾ ਗੁਰਦੁਆਰੇ ਆ ਜਾਏ, ਉਹ ਘਰੋਂ ਜਾ ਕੇ ਲੈ ਕੇ ਆ ਰਹੇ ਸੀ ਲੰਗਰ ਛਕਾਉਣ ਨੂੰ। ਪਰ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਛਕਣ ਨਹੀਂ ਗਏ। क्यों नहीं छकन गए? सतगुर कहते ਇਹਦੇ ਵਿੱਚੋਂ ਮੈਨੂੰ दूसरिਆਂ ਦਾ हक नज़र आता है, ये मैं प्रवान। ਇਹਦਾ मतलब गुरु नानक साहब साडा कई बार लंगर भी प्रवान नहीं करते होंगे। मैनूं बख्श देना बड़ी औखी गल है, पर हकीकत है जे लंगर कराउण दे नाल कल्ला गुरु खुश हो जाए, फिर मलक भागो ते भी गुरु नूं खुश हो जाना चाहिदा सी। पर सतगुर कहते नहीं, राजे शी तू तां शी आ, तू तो जावर है, तू तो पराया हक खांदा है, तू किवें धर्मी हो सकता है? नकार दिता सतगुरु जी ने। लोगों को समझाया कि तुसी जेड़े अज सेजड़ियां मान रहे हो ना, गिरे छुहारे खांदियां मानन सेजड़ियां, तिन गल सिलका पाइयां टुटन मोतसड़ियां। सतगुरु जी ने समझाया रंग रलियां विच ना रहो, फ्यूचर नूं देखो, अगों दे जे चेती है ता कायत मिले सजाए। समा आया बाबर वाणी फिर गई, कोयर ना रोटी खाए। जो दूसरी बार गए, पहली बार सतगुरु जी ने समझाया सबना नूं, दूसरी बार फिर सतगुरु जी ने कहा लोगों को, जे पहला मान जाते पहला तो कह दिता भी कोई गल नहीं, तेरे वर्गे बड़े आए समझाने वास्ते, असीं अपनी रंग रलियां अपनी ऐश प्रस्ती नहीं छड्डनी। फिर सतगुरु जी ने दूसरी बार कहा भाई अगों दे जे चेती है तां कायत मिलै सजाए। अज भी साडी कौम नूं, सानू, साडे पंथ नूं एकता की जरूरत है। जे साडे कोल आ जाए तो मैं समझांगा गुरु नानक साहब साडे विच अज हुणे प्रगट होए ने। ये ना सोचो 5 साल पहला प्रगट होए ने, बस थोड़ा जिहा असीं सतगुर दे चरनां विच जुड़ जाइए, साडे अंदर वो भावना बन जाए। जिस दिन वो ऐमनाबाद की धरती तो सतगुरु जान लगे ना, भाई लालू ने घुट के चरण पकड़ ले सतगुरु दे, सतगुरु तू मैनूं छड्ड के ना जाए, सतगुरु तेरे बिना मेरा जी नहीं लगना, सतगुरु जे तू चला गया मैनूं बाणी कौन सुनाएगा, सतगुरु जे तू चला गया मेरे घर खुशियां किवें आणगियां, सतगुरु तू मैनूं छड्ड के ना जा, तेरे बिना मुह रैण ना बिहावे, नींद ना आवे, बिन देखे गुर दरबारे जियो। ये साडी भावना बन जाए। एक घड़ी ना मिलते ता कल जुग होता, हुण कद मिली है प्रेतुद भगवंता। सतगुरु तू मेरे छड्ड के ना जाई। मेरे सतगुरु जी ने घुट के चुक के भाई लालो नूं सीने ना लाया। पता की बोलिया, मैं तेरे तो कदे भी दूर नहीं हाँ जब तक मेरा जपजी साहिब तेरे हिरदे विच है। बस साडे जीवन में भी सतगुर की बाणी आ जाए, सतगुर का उपदेश साडे हिरदे में समा जाए, साडे भी लोग सुखी कर लोग सुहेले हो जाएंगे। आप समूह संगतां बहुत ही चढ़ती भारी गिनती के सतगुर के दरबार में हाजिर हुए हो। आप सबना नूं जी आया है। समूह संगत का प्रबंधक वीरां का बहुत बहुत धन्यवाद है जिन्हों ने आप जी के दर्शन बख्शिश किए ने। सतगुर कृपा करे आप इस तरह सतगुर की सेवा चढ़ती कला के नाल निभाते रहो। सतगुर साडे विच विराजमान ने, किते भी नहीं गए। मैं फिर बेनती करके समाप्ति कर रहा हाँ। सतगुर नानक प्रगटिया
ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਾਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਇਆ। ਸਤਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।